ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਵਿੱਚੋਂ ਅੱਜ ਦਾ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤੇ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਦੀ ਵਿਚਾਰ ਵਿੱਚ ਜੁੜਨ ਦਾ ਯਤਨ ਕਰੀਏ। ਵਿਚਾਰਾਂ ਵਿੱਚ ਜੁੜਨ ਤੋਂ ਪਹਿਲਾਂ ਸਾਰੀ ਹੀ ਸੰਗਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਜੋ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਹੈ, ਇਹ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਬਚਨ ਗੌੜੀ ਕੀ ਵਾਰ ਦੇ ਅੰਦਰ ਉਚਾਰਨ ਕੀਤੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਬਾਰਕ ਬਾਣੀ ਦੇ ਅੰਦਰ ਇਹ ਸ਼ਬਦ 308 ਪਾਵਨ ਅੰਗ ਦੇ ਉੱਪਰ ਸੁਭਾਏਮਾਨ ਨੇ। ਸਤਿਗੁਰੂ ਜੀ ਦੀ ਇਸ ਪਾਵਨ ਵਾਰ ਦੇ ਵਿੱਚ ਜਿਹੜਾ ਪਹਿਲਾ ਸ਼ਲੋਕ ਸੀ, ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਉਸ ਪਾਵਨ ਸ਼ਲੋਕ ਦੀ ਵਿਚਾਰ ਨੂੰ ਗੁਰੂ ਪਿਆਰਿਆਂ ਦੇ ਪਾਸੋਂ ਸਰਵਣ ਕੀਤਾ ਸੀ। ਅੱਜ ਦੂਸਰਾ ਸ਼ਲੋਕ ਤੇ ਪੌੜੀ ਦੀ ਵਿਚਾਰ ਵਿੱਚ ਆਪਾਂ ਜੁੜਨ ਦਾ ਯਤਨ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਧੁਰ ਕੀ ਬਾਣੀ ਦਾ ਉਚਾਰਨ ਕੀਤਾ ਹੈ ਤੇ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਸਾਨੂੰ ਸਮਝਾਉਣ ਦੇ ਵਾਸਤੇ ਮਹਾਰਾਜ ਜੀ ਨੇ ਇੱਕ ਬੜਾ ਪਿਆਰਾ ਤਰੀਕਾ ਵਰਤਿਆ ਹੈ। ਸਤਿਗੁਰੂ ਜੀ ਦਾ ਅਸੀਂ ਕੋਈ ਸ਼ਬਦ ਪੜ੍ਹਦੇ ਹਾਂ, ਉਸ ਸ਼ਬਦ ਦੇ ਅੰਦਰ ਜਿਹੜਾ ਰਹਾਉ ਵਾਲਾ ਬੰਦ ਆਉਂਦਾ ਹੈ, ਰਹਾਉ ਵਾਲੀ ਪੰਕਤੀ ਆਉਂਦੀ ਹੈ, ਉਹਦਾ ਭਾਵ ਹੁੰਦਾ ਵੀ ਠਹਿਰ ਜਾਓ, ਰੁਕ ਜਾਓ, ਕਿਉਂਕਿ ਸ਼ਬਦ ਦੀ ਸਾਰੀ ਵਿਚਾਰ ਇਸ ਬੰਦ ਵਿੱਚ ਹੈ, ਇਸ ਪਾਵਨ ਸ਼ਬਦ ਵਿੱਚ ਹੈ। ਜਦੋਂ ਆਪਾਂ ਵਾਰਾਂ ਪੜ੍ਹਦੇ ਹਾਂ, ਵਾਰ ਦੇ ਅੰਦਰ ਜਿਹੜੀ ਪੌੜੀ ਆਉਂਦੀ ਹੈ ਜੀ, ਪੌੜੀ ਦੇ ਅੰਦਰ ਸ਼ਬਦ ਦੀ ਵਿਚਾਰ ਦਾ ਸੰਖੇਪ ਭਾਵ ਹੁੰਦਾ ਹੈ। ਮਹਾਰਾਜ ਜੀ ਸਾਨੂੰ ਕੀ ਸਮਝਾ ਰਹੇ ਨੇ? ਸਾਰੇ ਸ਼ਲੋਕ ਦਾ ਸ਼ਬਦ ਦਾ ਕੇਂਦਰੀ ਭਾਵ ਪੌੜੀ ਦੇ ਵਿੱਚ ਹੁੰਦਾ ਹੈ ਤੇ ਅੱਜ ਦੀ ਇਸ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਬਿਆਨ ਕਰਦਿਆਂ ਇਹ ਬਚਨ ਸਾਡੀ ਝੋਲੀ ਵਿੱਚ ਪਾਇਆ ਹੈ ਕਿ ਮਨੁੱਖ ਇੱਕ ਵਣਜਾਰਾ ਬਣ ਕੇ ਸੰਸਾਰ ਦੇ ਵਿੱਚ ਆਇਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਸ਼ਾਹ ਹਨ, ਸਦਾ ਰਹਿਣ ਵਾਲੇ ਨੇ, ਤੇ ਮਨੁੱਖ ਨੂੰ ਇਹ ਚਾਹੀਦਾ ਹੈ ਕਿ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਉਹ ਨਾਮ ਦਾ ਵਣਜਾਰਾ ਬਣ ਕੇ ਨਾਮ ਦੀ ਕਮਾਈ ਕਰਕੇ ਇਸ ਤਰੀਕੇ ਦੇ ਨਾਲ ਲਾਹਾ ਪ੍ਰਾਪਤ ਕਰੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚਾ ਸ਼ਾਹ ਹੈ ਮਨੁੱਖ ਤੇ ਪ੍ਰਸੰਨ ਹੋ ਜਾਏ। ਸ਼ਾਹ ਦੀ ਪਰਿਭਾਸ਼ਾ ਆਪਾਂ ਕਦੇ ਪੜ੍ਹ ਕੇ ਵੇਖੀਏ ਤੇ ਸ਼ਾਹ ਕੇਵਲ ਉਸ ਮਨੁੱਖ ਨੂੰ ਹੀ ਨਹੀਂ ਕਿਹਾ ਜਾਂਦਾ ਜਿਹਦੇ ਕੋਲ 4 ਪੈਸੇ ਹੋਣ। ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਸ਼ਾਹ ਸ਼ਬਦ ਬਾਦਸ਼ਾਹ ਦੇ ਵਾਸਤੇ ਵੀ ਵਰਤਿਆ, ਸਵਾਮੀ ਮਾਲਕ ਦੇ ਵਾਸਤੇ ਵੀ ਵਰਤਿਆ। ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਨੇ ਵੀ ਜਿਹੜਾ ਬਹੁਤ ਤਾਕਤਵਰ ਹੋਵੇ ਉਹਦੇ ਵਾਸਤੇ ਵੀ ਸ਼ਾਹ ਸ਼ਬਦ ਵਰਤਿਆ ਜਾਂਦਾ ਹੈ। ਬੜੇ ਬੜੇ ਪਿਆਰੇ ਅਰਥ ਵਿਦਵਾਨਾਂ ਨੇ ਸ਼ਾਹ ਸ਼ਬਦ ਦੇ ਕੀਤੇ, ਜਿੰਨੇ ਵੀ ਅਰਥ ਕਰ ਲਈਏ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਢੁਕਦੇ ਨੇ, ਕਿਉਂਕਿ ਮਹਾਰਾਜ ਜੀ ਇੱਕ ਐਸੇ ਸ਼ਾਹ ਨੇ ਜਿਨ੍ਹਾਂ ਦੇ ਦਰ ਦਾ ਮੰਗਤਾ ਸਾਰਾ ਸੰਸਾਰ ਹੈ ਤੇ ਜਿਨ੍ਹਾਂ ਦੇ ਖਜ਼ਾਨੇ ਇੰਨੇ ਭਰੇ ਪਏ ਨੇ ਵੀ ਕਦੇ ਨਖੁੱਟ ਨਹੀਂ ਸਕਦੇ, ਕਦੇ ਮੁੱਕ ਨਹੀਂ ਸਕਦੇ। ਦੁਨਿਆਵੀ ਤੌਰ ਤੇ ਬੜੇ ਬੜੇ ਸ਼ਾਹ ਸੰਸਾਰ ਦੇ ਵਿੱਚ ਆਏ ਤੇ ਚਲੇ ਗਏ। ਸਾਡੀਆਂ ਅੱਖਾਂ ਦੇ ਸਾਹਮਣੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ
कि किसी बंदे का बहुत कारोबार होवे, बड़ा वड्डा शाह होवे, लेकिन कंगाल बनना पै जाता है। पर अकाल पुरख वाहिगुरू एक ऐसा शाह है ਜਿਹੜਾ ਗੁਰਮੁਖੋ हमेशा अटल है, जिहदे भंडारे जिहदे खजाने हमेशा वास्ते भरे ने। सच शाह हमारा तू धनी, सब जगत बनजारा राम राजे। संसार सारा बनजारे की न्याई है ते परमात्मा सब तो वड्डा शाह है। एक महाराज जी का बड़ा प्यारा बचन आउंदा है। महाराज एक दुनियावी शाह की गल करते हैं भी इत्थे कमाई करके, इत्थे पैसे कमा के हो सकता है कोई बंदा 4 दिन शाह बन के विचरदा रहे, पर असली शाह वो है जिहड़ा रब दे दर दे उत्ते जाके भी प्रवान हो जाए। लख मण सोयना लख मण रुपा, लख साहा सिर शाह, लख लश्कर लख वाजे नेजे, लखी घोड़ी पात शाह। जिथै सायर लंघना अगन पानी असगाह, कंदी दिस न आवई ताही पवै कहाह। नानक उथै जानिए शाह केई पातशाह। दुनियावी शाहां दा रोब दाव केवल इस संसार दे विच ही रह जांदा है, पर जिहड़े सच्चे शाह दा नाम जप के शाह बनते ने गुरमुखो, उन्हां दा मरातबा संसार दे विच भी बनदा है ते संसार ते जाण तो बाद सच्चे शाह की हजूरी विच उन्हां शाहां नूं माण मिलदा है। सतगुरु महाराज रहमत करन, महाराज जी ने पौड़ी भी समझाया है कि मनुख वणजारा बन के संसार दे विच आया है। 5 नुकते ने गुरमुखो वणजारियां दे समझण वास्ते। जिस वपारी नूं, जिस वणजारे नूं 5 नुकते समझ आ जाण, उस बंदे का कीता होया वपार कदे घाटे का सौदा नहीं बनता। दुनियावी तौर पर तुसीं किसी वणजारे कोल बैठ के देखो, किसी वपारी दे कोल बैठ के देखो, उस बंदे नूं चंगी तरह अंदाजा है कि मैं किहड़े किहड़े काम करने ने, किस तरह का वपार करना है, जिहदे नाल मैनूं कदे घाटा ना पवे, मैं लाहे दे विच जावां। मनुख परमात्मा दे नाम का वणजारा बन के आया है। मैं फिर बेनती करां, 5 नुकते वणजारे दे समझिओ। सब तो पहली गल, वणजारे नूं इस गल का पता होवे कि मैं कौन हाँ, संसार दे उत्ते की लैण वास्ते आया हाँ। दूसरी गल, वणजारे नूं इह पता होवे कि जिहड़ी चीज़ मैं लैण वास्ते आया वो मैनूं प्राप्त कित्थों होवेगी। बंदे ने खरीदना कुछ होवे ते तुरिया किसी होर थां ते फिर इह ते गल नहीं बनदी। जे तुसीं सोना खरीदना ते लोहार दे कोल चले जाओ, जे लोहा खरीदना ते सुनार दे कोल चले जाओ। सच जाणिओ गुरमुखो, तुहानूं कोई सियाणा नहीं कहेगा। जिहड़ी चीज़ खरीदनी है पहला पता करना पएगा कि मिलेगी कित्थों। ते वणजारे दा तीसरा नुकता, मिलनी किवें है। बंदा खाली हथ लैके किते चला जाए, दुकानदार कोई चीज़ देने वास्ते तैयार नहीं होवेगा। फिर बेनती सुनियो, सब तो पहली गल कि मैं कौन हाँ ते की लैण वास्ते आया है। दूसरी बेनती ये, जो मैं लैण वास्ते आया वो कित्थों मिलेगा। तीसरी बेनती गुरमुखो ये, जिहड़ी चीज़ मैनूं चाहीदी है वो मिलनी किवें है। ते चौथा ध्यान वणजारा इस गल दा रखदा है कि मैं किते लुटिया ना जावां, किते बर्बाद ना हो जावां। अपनी सेफ्टी दे वास्ते भी वणजारा ख्याल रखदा है। ते पंजवीं बेनती गुरमुखो, जिहड़े वणजारे ने उन्हां दे मन विच एक ख्याल ये भी हुंदा भी मेरे वफादार कौन ने। वपार करदे आ
ਉਹ ਇਸ ਤਰੀਕੇ ਦਾ ਵਰਤਾਓ ਕਰਦੇ ਨੇ, ਇਸ ਤਰੀਕੇ ਦੇ ਭਾਈਵਾਲ ਲੱਭਦੇ ਨੇ, ਇਸ ਤਰੀਕੇ ਦੇ ਲੋਕਾਂ ਨਾਲ ਪਾਰਟਨਰਸ਼ਿਪ ਕਰਦੇ ਨੇ ਜਿਨ੍ਹਾਂ ਤੇ ਬਹੁਤ ਭਰੋਸਾ ਹੋਵੇ। ਅਣਜਾਣ ਬੰਦੇ ਨੂੰ ਤੁਸੀਂ ਪੈਸੇ ਦਿਓਗੇ, ਪੇਮੈਂਟ ਮਰ ਜਾਏਗੀ ਤੇ ਵਪਾਰ ਚੌਪਟ ਹੋ ਜਾਏਗਾ। ਇਹ 5 ਚੀਜ਼ਾਂ ਦਾ ਅਹਿਸਾਸ ਕਿਸੇ ਵਣਜਾਰੇ ਨੂੰ ਹੋਵੇ ਤੇ ਮਹਾਰਾਜ ਕਹਿੰਦੇ ਨੇ ਉਹਦਾ ਵਪਾਰ ਸਫਲਾ ਹੈ। ਅਸੀਂ ਨਾਮ ਦਾ ਵਪਾਰ ਕਰਨ ਵਾਸਤੇ ਆਏ ਹਾਂ ਤੇ 5 ਚੀਜ਼ਾਂ ਯਾਦ ਰੱਖਣੀਆਂ ਪੈਣਗੀਆਂ। ਇਹ 5 ਚੀਜ਼ਾਂ ਗੁਰਮੁਖੋ ਜੇ ਯਾਦ ਹੋਣਗੀਆਂ, ਪੈਰ ਪੈਰ ਤੇ ਸੁਚੇਤ ਹੋ ਕੇ ਚੱਲਾਂਗੇ ਤੇ ਜ਼ਿੰਦਗੀ ਦੇ ਵਿੱਚ ਨਾਮ ਦਾ ਵਪਾਰ ਕਰਕੇ ਜੀਵਨ ਸਫਲਾ ਕਰਕੇ ਸੰਸਾਰ ਤੋਂ ਜਾਵਾਂਗੇ। ਅੱਜ ਦੀ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਇਹ ਵਿਚਾਰ ਸਾਨੂੰ ਦ੍ਰਿੜ ਕਰਵਾਈ ਹੈ ਜੀ। ਆਓ ਪੌੜੀ ਤੋਂ ਪਹਿਲਾਂ ਸਤਿਗੁਰੂ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਮਹੱਲਾ ਚੌਥਾ। ਜਿਨ ਕਉ ਆਪ ਦੇ ਵਡਿਆਈ, ਜਗਤ ਭੀ ਆਪੇ ਆਣ ਤਿਨ ਕਉ ਪੈਰੀ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਰਹਿਮਤ ਕਰਦੇ ਨੇ, ਜਿਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਵਡਿਆਈ ਦੀ ਦਾਤ ਬਖਸ਼ਿਸ਼ ਕਰਨ, ਜਿਹਦਾ ਨਾਮਨਾ ਮਹਾਰਾਜ ਜੀ ਸੰਸਾਰ ਦੇ ਵਿੱਚ ਬਣਾ ਦੇਣ, ਸਾਰੇ ਸੰਸਾਰ ਨੂੰ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਫਿਰ ਉਸ ਮਨੁੱਖ ਦੇ ਚਰਨਾਂ ਵਿੱਚ ਲਿਆ ਕੇ ਨਮਸਕਾਰ ਕਰਾਉਂਦਾ। ਜਿਸ ਮਨੁੱਖ ਨੂੰ ਮਹਾਰਾਜ ਦੀ ਵਡਿਆਈ ਮਿਲ ਜਾਏ, ਸਾਰਾ ਸੰਸਾਰ ਉਹਦੀ ਵਡਿਆਈ ਕਰਦਿਆਂ ਉਹਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਮਨੁੱਖ ਦੇ ਸੁਭਾਅ ਦੇ ਵਿੱਚ ਜੀ ਬਹੁਤ ਸਾਰੀਆਂ ਖਾਹਿਸ਼ਾਂ ਜਨਮ ਲੈਂਦੀਆਂ ਨੇ। ਹਰ ਬੰਦਾ ਆਪਣੇ ਜੀਵਨ ਦੇ ਵਿੱਚ ਸਾਰੀ ਜ਼ਿੰਦਗੀ ਕਈ ਤਰ੍ਹਾਂ ਦੀਆਂ ਖਾਹਿਸ਼ਾਂ ਪਾਲ ਕੇ ਤੁਰਦਾ ਹੈ ਕਿ ਮੈਨੂੰ ਚੰਗਾ ਮਕਾਨ ਮਿਲ ਜਾਏ, ਧੀਆਂ ਪੁੱਤਰ ਮਿਲ ਜਾਣ, ਚੰਗਾ ਜੀਵਨ ਸਾਥੀ ਮਿਲ ਜਾਏ, ਚੰਗੀ ਮੇਰੇ ਕੋਲ ਦੌਲਤ ਹੋਵੇ। ਤੇ ਇੱਕ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਸੰਸਾਰ ਦੇ ਵਿੱਚ ਮੇਰੀ ਜੈ ਜੈਕਾਰ ਹੋਵੇ, ਮੇਰਾ ਮਾਨ ਤੇ ਸਨਮਾਨ ਹੋਵੇ। ਜਿੰਨੇ ਵੀ ਕਰਮ ਮਨੁੱਖ ਕਰਦਾ ਏ, ਇੱਥੋਂ ਤੱਕ ਗੁਰਮੁਖੋ ਜੇ ਕੋਈ ਬੰਦਾ ਬੁਰੇ ਕਰਮ ਵੀ ਕਰਦਾ ਏ ਤੇ ਉਹਦੇ ਪਿੱਛੇ ਵੀ ਲਾਲਸਾ ਜਿਹੜੀ ਉਹ ਵਡਿਆਈ ਦੀ ਹੈ, ਉਹਦੇ ਪਿੱਛੇ ਵੀ ਉਹਦੀ ਸ਼ੋਭਾ ਕੰਮ ਕਰਦੀ ਵੀ ਆਹ ਕੰਮ ਕਰਾਂ ਤੇ ਮੈਨੂੰ ਵਡਿਆਈ ਮਿਲੇ। ਪਰ ਬੰਦੇ ਦਾ ਦੁਖਾਂਤ ਇਹ ਹੈ, ਉਹ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੇ ਕਰਮ ਕਰਦਾ ਏ ਕਿ ਮੈਂ ਦੁਨੀਆ ਨੂੰ ਖੁਸ਼ ਕਰਾਂ ਤੇ ਸੰਸਾਰ ਦੇ ਲੋਕ ਮੇਰੀ ਵਾਹ ਵਾਹ ਕਰਨ। ਬੰਦਾ ਵਡਿਆਈ ਤੇ ਚਾਹੁੰਦਾ ਏ, ਪਰ ਚਾਹੁੰਦਾ ਕਿ ਮੈਨੂੰ ਸੰਸਾਰ ਦੇ ਵਿੱਚੋਂ ਵਡਿਆਈ ਮਿਲੇ। ਤੇ ਗੁਰੂ ਬਾਬੇ ਨੇ ਸਮਝਾ ਕੇ ਆਖਿਆ, ਗੁਰਮੁਖਾ ਨਹੀਂ, ਜੇ ਦੁਨੀਆ ਦੀਆਂ ਵਡਿਆਈਆਂ ਦੇ ਪਿੱਛੇ ਤੁਰਿਆ ਫਿਰੇਗਾ, ਜੇ ਕੇਵਲ ਸੰਸਾਰ ਨੂੰ ਪ੍ਰਸੰਨ ਕਰਨ ਵਾਸਤੇ ਦੁਨੀਆ ਦੇ ਸ਼ੋਭਾ ਦੇ ਪਿੱਛੇ 4 ਦਿਨ ਤੁਰਿਆ ਫਿਰੇਗਾ ਤੇ ਸੱਚ ਜਾਣੀ ਤੇਰੇ ਕਿਸੇ ਕੰਮ ਨਹੀਂ ਆਉਣੀ। ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇਂ ਕਾਮ। ਸੰਸਾਰ ਦੇ ਲੋਕ ਜੇ ਇੱਕ ਦਿਨ ਤੇਰੀ ਤਾਰੀਫ ਕਰਨਗੇ ਤੇ ਸੱਚ ਜਾਣੀ ਦੂਸਰੇ ਦਿਨ ਤੇਰੀ ਨਿੰਦਿਆ ਵੀ ਹੋਵੇਗੀ। ਪਰ ਜੇ ਤੂੰ ਮਾਲਕ ਦੀ ਵਡਿਆਈ ਕਰਕੇ ਉਹਦੇ ਦਰ ਤੇ ਕਬੂਲ ਪੈ ਗਿਆ ਤੇ ਮਾਲਕ ਜਦੋਂ ਤੈਨੂੰ ਪ੍ਰਸ਼ੰਸਾ ਬਖਸ਼ੇਗਾ ਨਾ, ਉਹ ਪ੍ਰਸ਼ੰਸਾ ਸੰਸਾਰ ਦੇ ਵਿੱਚ ਵੀ ਹੋਵੇਗੀ ਤੇ ਨਿਰੰਕਾਰ ਦੇ ਘਰ ਦੇ ਵਿੱਚ ਵੀ ਹੋਵੇਗੀ। ਮੈਂ ਬੇਨਤੀ ਕਰਾਂ, ਫਿਰ ਸਮਝਿਓ ਜੀ, ਸਾਰੀ ਜ਼ਿੰਦਗੀ ਮਨੁੱਖ ਯਤਨ ਕਰਦਾ ਏ ਦੁਨੀਆ ਦੀਆਂ ਵਡਿਆਈਆਂ ਮਿਲ ਜਾਣ, ਸੰਸਾਰ ਦੀ ਸ਼ੋਭਾ ਮਿਲ ਜਾਏ, ਪਰ ਦੁਨੀਆ ਦੀਆਂ ਵਡਿਆਈਆਂ ਦੇ ਵਿੱਚੋਂ ਬੰਦੇ ਦਾ ਅੰਦਰ ਤ੍ਰਿਪਤ ਨਹੀਂ ਹੁੰਦਾ। ਜੇ ਮਾਲਕ ਦੇ ਘਰ ਦੀ ਵਡਿਆਈ ਮਿਲ ਜਾਏ ਤੇ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਵੀ ਸ਼ੋਭਾ ਪਾਉਂਦਾ ਹੈ ਤੇ ਕਰਤਾਰ ਦੇ ਦਰ ਤੇ ਵੀ ਸ਼ੋਭਾ ਪਾਉਂਦਾ ਹੈ। ਮਹਾਰਾਜ ਜੀ ਦਾ ਆਪਣਾ ਨਿੱਜੀ ਤਜਰਬਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਪਾਵਨ ਬਚਨ ਆਪਾਂ ਸਰਵਣ ਕਰ ਰਹੇ ਹਾਂ,
ਇਹ ਉਹਨਾਂ ਦੇ ਜੀਵਨ ਦਾ ਇੱਕ ਨਿੱਜੀ ਤਜਰਬਾ ਹੈ। ਵਕਤ ਦਾ ਐਸਾ ਦੌਰ ਆਇਆ ਸੀ, ਮਹਾਰਾਜ ਯਤੀਮ ਹੋ ਗਏ, ਕਿਸੇ ਨੇ ਬਾਤ ਨਹੀਂ ਪੁੱਛੀ। ਲਾਹੌਰ ਦੀਆਂ ਗਲੀਆਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਕੱਖਾਂ ਦੇ ਵਾਂਗੂ ਰੁਲਦਾ ਫਿਰਦਾ ਸਾਂ, ਕੋਈ ਮੇਰੀ ਸਾਰ ਲੈਣ ਵਾਸਤੇ ਤਿਆਰ ਨਹੀਂ। ਪਰ ਜਿਸ ਦਿਨ ਬੰਦਗੀ ਕਰਕੇ ਪ੍ਰਵਾਨ ਚੜ੍ਹ ਗਏ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹੋ ਭਾਗਾਂ ਵਾਲਿਓ। ਜਦੋਂ ਮਹਾਰਾਜ ਜੀ ਬੰਦਗੀ ਕਰਕੇ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਏ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਜ਼ਰੇ ਰਹਿਮਤ ਦੇ ਪਾਤਰ ਬਣੇ। ਮਹਾਰਾਜ ਜੀ ਨੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸਾਰੀ ਸੰਗਤ ਨੇ ਮੱਥਾ ਟੇਕਿਆ। ਇੱਥੋਂ ਤੱਕ ਜਿਹੜੇ ਗੁਰੂ ਘਰ ਦੇ ਆਕੀ ਬਣੇ ਸਨ, ਉਹਨਾਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਰਾਮਕਲੀ ਸਦ ਬਾਣੀ ਪੜ੍ਹੋ ਤੇ ਉਹਦੇ ਵਿੱਚ ਬਚਨ ਲਿਖਿਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਅੱਜ ਤੋਂ ਬਾਅਦ ਸਾਡੀ ਜੋਤ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਹੈ ਤੇ ਸਾਰੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕਰੋ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮੰਨ ਲਈ ਰਜ਼ਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮ ਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੈ ਗੁਰੂ ਆਪ ਰੱਖਿਆ। ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਜਿਹੜੇ ਤੇ ਪਿਆਰ ਦੇ ਨਾਲ ਝੁਕੇ, ਉਹਨਾਂ ਦਾ ਸਤਿਕਾਰ ਤੇ ਜਿਹੜੇ ਝੁਕਣ ਤੋਂ ਆਕੀ ਹੋ ਗਏ, ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਜਿਹੜਾ ਮੇਰਾ ਸਿੱਖ ਹੋਵੇਗਾ, ਜਿਹਨੇ ਗੁਰੂ ਦੀ ਕਿਰਪਾ ਦੇ ਘਰ ਵਿੱਚ ਆਉਣਾ ਹੈ, ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕੋ। ਹਰ ਗੁਰਹਿ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸ਼ਲੋਕ ਸਮਝਿਓ, ਮਹਾਰਾਜ ਕਹਿੰਦੇ ਨੇ, ਜਿਨ ਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ ਤਿਨ ਕੋ ਪੈਰੀ ਪਾਏ। ਜਿਨ੍ਹਾਂ ਨੂੰ ਮਹਾਰਾਜ ਦੇ ਦਰ ਤੋਂ ਵਡਿਆਈ ਮਿਲੀ, ਸੰਸਾਰ ਕਹਿੰਦੇ ਉਹਨਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ, ਉਹਨਾਂ ਨੂੰ ਸੰਸਾਰ ਦੇ ਵਿੱਚੋਂ ਵੀ ਵਡਿਆਈ ਮਿਲਦੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਇਤਿਹਾਸ। ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਕੁਝ ਸਮਾਂ ਬਾਅਦ ਮਹਾਰਾਜ ਲਾਹੌਰ ਦੀ ਧਰਤੀ ਤੇ ਆਏ। ਵੇਖੋ ਵਡਿਆਈ, ਵੇਖੋ ਜੀ। ਜਦੋਂ ਯਤੀਮ ਹੋ ਕੇ ਤੁਰੇ ਸਨ, ਲੋਕਾਂ ਨੇ ਗਲੀਆਂ ਦੇ ਕੱਖਾਂ ਨਾਲੋਂ ਵੀ ਹੌਲਾ ਜਾਣਿਆ ਸੀ, ਕਿਸੇ ਨੇ ਬਾਤ ਨਹੀਂ ਪੁੱਛੀ। ਅੱਜ ਦੀਨ ਤੇ ਦੁਨੀਆ ਦੇ ਮਾਲਕ ਬਣ ਕੇ ਲਾਹੌਰ ਦੀ ਧਰਤੀ ਤੇ ਆਏ ਤੇ ਲਾਹੌਰ ਦੇ ਲੋਕ ਸੰਗਤਾਂ ਮਹਾਰਾਜ ਜੀ ਨੂੰ ਅਗਲਵਾਂਢੀ ਲੈਣ ਵਾਸਤੇ ਗਈਆਂ। ਬੜੇ ਸੋਹਣੇ ਤਰੀਕੇ ਨਾਲ ਮਹਾਰਾਜ ਦਾ ਸਵਾਗਤ ਕੀਤਾ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਬਚਨ ਅਸੀਂ ਪੜ੍ਹਦੇ ਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਜਿਹਦੀ ਕੋਈ ਸਾਰ ਲੈਣ ਵਾਸਤੇ ਤਿਆਰ ਨਹੀਂ, ਅੱਜ ਮਹਾਰਾਜ ਜੀ ਨੇ ਉਹਨੂੰ ਦੀਨ ਤੇ ਦੁਨੀਆ ਦਾ ਪਾਤਸ਼ਾਹ ਬਣਾਇਆ ਤੇ ਲਾਹੌਰ ਦੀ ਧਰਤੀ ਦੀਆਂ ਸੰਗਤਾਂ ਮਹਾਰਾਜ ਜੀ ਦੇ ਸਵਾਗਤ ਵਿੱਚ ਖੜੀਆਂ ਨੇ। ਇਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਇਸੇ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਸਮਝਾਇਆ ਹੈ। ਗੁਰੂ ਕੇ ਸਿੱਖਾਂ ਨੇ ਵੀ ਇਹ ਬਚਨ ਸਾਡੀ ਝੋਲੀ ਵਿੱਚ ਪਾਏ, ਭਲਿਆ ਜੇ ਵਡਿਆਈ ਕਰਨੀ ਹੂੰ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਰੀ, ਕਿਸੇ ਬੰਦੇ ਦੀ ਨਹੀਂ। ਬੰਦਿਆਂ ਦੀ ਖੁਸ਼ਾਮਦ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਏਗੀ, ਕੇਵਲ ਪਛਤਾਵਾ ਪੱਲੇ ਪਏਗਾ ਤੇ ਮਾਲਕ ਦੀ ਵਡਿਆਈ ਕਰੇਗਾ ਤੇ ਵਡਿਆਈ ਦਾ ਪਾਤਰ ਬਣ ਜਾਏਗਾ। ਭਾਈ ਨੰਦ ਲਾਲ ਜੀ ਦਾ ਬੜਾ ਪਿਆਰਾ ਬੋਲ ਹੈ, ਉਹ ਕਹਿੰਦੇ, ਹਮਦ ਹੱਕ ਗੋ ਦਿਗਰ ਮਾ ਗੋ ਹੈ ਜਾਨ, ਸਾਹਿਬ ਕਾਲ ਬਾਸ਼ ਵਾ ਬੰਦਾ ਏ ਹਾਲ। ਐ ਸੱਜਣਾ, ਇੱਕ ਮਾਲਕ ਦੀ ਵਡਿਆਈ ਕਰਿਆ ਕਰ, ਉਹਦੇ ਨਾਮ ਦੀ ਖੁਮਾਰੀ ਵਿੱਚ ਰੰਗ ਕੇ ਆਪਣੇ ਆਪ ਨੂੰ ਮਸਤਾਨਾ ਹੋ ਕੇ ਸੰਸਾਰ ਤੇ ਵਿਚਰ। ਤੇ ਜੇ ਅਕਾਲ ਪੁਰਖ ਵਾਹਿਗੁਰੂ ਤੇਰਾ ਮਿੱਤਰ ਬਣ ਗਿਆ
ਸਾਰੀ ਦੁਨੀਆ ਵੀ ਦੁਸ਼ਮਣ ਬਣ ਜਾਏ, ਕੋਈ ਤੇਰਾ ਕੱਖ ਨਹੀਂ ਵਿਗਾੜ ਸਕਦਾ। ਬੇਵਫਾ ਨੇਸਤ ਕਸੇ ਗਰ ਤੂੰ ਵਫਾਦਾਰ ਛਵੀ। ਭਾਈ ਸਾਹਿਬ ਕਹਿੰਦੇ ਰੱਬ ਬੇਲੀ ਬਣ ਜਾਏ ਤੇ ਸਮਝ ਲਓ ਸਾਰਾ ਸੰਸਾਰ ਹੀ ਬੇਲੀ ਬਣ ਗਿਆ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਚੇਤੇ ਰੱਖਿਓ ਗੁਰਮੁਖੋ, ਰੱਬ ਬੇਲੀ ਹੋਵੇ ਤੇ ਸਾਰਾ ਸੰਸਾਰ ਬੇਲੀ ਹੈ। ਰੱਬ ਜੇ ਬੇਲੀ ਨਾ ਹੋਵੇ, ਨਾ ਰਾਇਣ ਲਿਆ ਨਾ ਠੁੰਗੜਾ ਪੈਰ ਕਿੱਥੇ ਰੱਖੇ। ਰੱਬ ਬੇਲੀ ਨਾ ਹੋਵੇ ਤੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਤੇ ਮਹਾਰਾਜ ਕਹਿੰਦੇ ਨੇ ਸਭ ਦਰਸ਼ਨ ਦੇਖ ਕਰੈ ਸਾਬਾਸ਼। ਇੰਨੀ ਰਹਿਮਤ ਤੇਰੇ ਤੇ ਸਿੱਖਾ ਹੋਵੇਗੀ, ਲੋਕ ਤੈਨੂੰ ਵੇਖੋ ਦੂਰੋਂ ਵੇਖਣਗੇ ਤੇ ਫਿਰ ਵੀ ਨਮਸਕਾਰ ਕਰਨਗੇ ਵੀ ਗੁਰੂ ਦਾ ਸਿੱਖ ਤੁਰਿਆ ਆ ਰਿਹਾ ਹੈ, ਜੇ ਤੂੰ ਮਾਲਕ ਦੀ ਵਡਿਆਈ ਦਾ ਪਾਤਰ ਬਣ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਨੇ ਜੀ। ਡਰੀ ਗਏ ਤਾਂ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਮਹਾਰਾਜ ਕਹਿੰਦੇ ਨੇ ਭਾਵੇਂ ਕੋਈ ਸਾਡੀ ਮੁਖਾਲਫਤ ਕਰਦਾ ਹੈ, ਸਾਡੀ ਵਿਰੋਧਤਾ ਕਰਦਾ ਹੈ, ਪਰ ਡਰਨਾ ਨਹੀਂ ਚਾਹੀਦਾ, ਕਿਉਂਕਿ ਇਹ ਵਡਿਆਈ ਕਿਸੇ ਬੰਦੇ ਨੂੰ ਆਪਣੀ ਸਿਆਣਪ ਕਰਕੇ ਨਹੀਂ ਮਿਲੀ। ਵਡਿਆਈ ਦੇਣ ਵਾਲਾ ਤੇ ਮਾਲਕ ਹੈ। ਕਈ ਵਾਰ ਭਾਗਾਂ ਵਾਲਿਓ ਐਸਾ ਹੁੰਦਾ ਹੈ, ਕਿਸੇ ਮਨੁੱਖ ਨੂੰ ਸਮਾਜ ਵਿੱਚ ਵਡਿਆਈ ਮਿਲੇ, ਕੋਈ ਉੱਚੇ ਮੁਰਾਤਬੇ ਤੇ ਪਹੁੰਚ ਜਾਵੇ ਤੇ ਸੰਸਾਰ ਦੇ ਬੜੇ ਲੋਕ ਉਹਦੀਆਂ ਲੱਤਾਂ ਖਿੱਚਣ ਦਾ ਯਤਨ ਕਰਦੇ ਨੇ, ਉਹਨੂੰ ਆਪਣੀ ਮੰਜ਼ਿਲ ਤੋਂ ਛੜਕਾਉਣ ਦਾ ਯਤਨ ਕਰਦੇ ਨੇ। ਕੋਸ਼ਿਸ਼ ਕੀਤੀ ਜਾਂਦੀ ਕਿ ਉਹ ਬੰਦਾ ਡੋਲ ਜਾਏ, ਪਰ ਮਹਾਰਾਜ ਕਹਿੰਦੇ ਡਰਨਾ ਨਹੀਂ ਚਾਹੀਦਾ, ਕਿਉਂਕਿ ਵਡਿਆਈ ਜਦੋਂ ਅਕਾਲ ਪੁਰਖ ਦੇਣ ਤੇ ਆ ਜਾਵੇ ਤੇ ਭਾਵੇਂ ਸਾਰਾ ਸੰਸਾਰ ਇੱਕ ਪਾਸੇ ਹੋ ਜਾਏ, ਕੋਈ ਉਸ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਆ 2 ਕੁ ਦਿਨ ਬੀਤੇ ਨੇ ਗੁਰਮੁਖੋ, ਸਾਡਾ ਇੱਕ ਸਿੱਖ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ ਇੰਡੀਆ ਦੀ ਟੀਮ ਵੱਲੋਂ ਕ੍ਰਿਕਟ ਖੇਡਦਾ ਹੈ। ਹੁਣ 140 ਕਰੋੜ ਦੀ ਆਬਾਦੀ ਦੇ ਵਿੱਚੋਂ 11 ਬੰਦੇ ਸਿਲੈਕਟ ਹੋਏ ਤੇ ਉਹਨਾਂ ਦੇ ਵਿੱਚੋਂ ਸਾਡਾ ਇੱਕ ਸਿੱਖ ਨੌਜਵਾਨ ਸਰਦਾਰ ਅਰਸ਼ਦੀਪ ਸਿੰਘ, ਉਸ ਬੱਚੇ ਤੇ ਅਕਾਲ ਪੁਰਖ ਦੀ ਕਿੰਨੀ ਕਿਰਪਾ ਹੋਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿੰਨੀਆਂ ਰਹਿਮਤਾਂ ਦੇ ਨਾਲ ਨਿਵਾਜਿਆ ਹੋਵੇਗਾ। ਉਹਨੇ ਗੁਰੂ ਦੀ ਕਿਰਪਾ ਦੇ ਨਾਲ ਕਿੰਨੀ ਮਿਹਨਤ ਕੀਤੀ ਹੋਵੇਗੀ, ਕਿੰਨੀ ਲਗਨ ਦੇ ਨਾਲ ਉਹਨੇ ਆਪਣੇ ਕਿੱਤੇ ਦੇ ਵਿੱਚ ਕੰਮ ਕੀਤਾ ਹੋਵੇਗਾ ਕਿ ਇੰਡੀਆ ਦੀ ਟੀਮ ਦਾ ਪਲੇਅਰ ਬਣਿਆ। ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨੇ ਆਪਣੀ ਪਰਫਾਰਮੈਂਸ ਪੇਸ਼ ਕੀਤੀ, ਪਰ ਕੁਝ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਵੀ ਸਿੱਖਾਂ ਦਾ ਵਿਰੋਧ ਕਰਨਾ ਹੈ ਤੇ ਉਹਨਾਂ ਨੇ ਉਸ ਬੱਚੇ ਨੂੰ ਟਰੋਲ ਕੀਤਾ। ਸੁਭਾਵਕ ਖੇਡਦਿਆਂ ਬੰਦੇ ਦੇ ਕੋਲੋਂ ਗਲਤੀ ਹੋ ਜਾਣੀ ਇੱਕ ਆਮ ਜੀ ਗੱਲ ਹੈ। ਉਸ ਬੱਚੇ ਨੂੰ ਟਰੋਲ ਕਰਕੇ ਨੀਵਾਂ ਦਿਖਾਉਣ ਦਾ ਯਤਨ ਕੀਤਾ ਗਿਆ, ਪਰ ਚੇਤੇ ਰੱਖਿਓ ਜਦੋਂ ਮਾਲਕ ਵਡਿਆਈ ਬਖਸ਼ਦਾ ਹੈ ਨਾ ਜੀ, ਉਦੋਂ ਦੁਨੀਆ ਦਾ ਕੋਈ ਜ਼ੋਰ ਨਹੀਂ ਚੱਲਦਾ। ਚੰਦ ਲੋਕਾਂ ਨੇ ਟਰੋਲਿੰਗ ਕਰਨ ਦਾ ਸਿਸਟਮ ਅਪਣਾਇਆ, ਉਹਦੇ ਖਿਲਾਫ ਬੜੇ ਬੜੇ ਬਚਨ ਕਹੇ, ਪਰ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਵੀ ਸਾਰੇ ਸੰਸਾਰ ਦੇ ਵਿੱਚ ਉਸ ਬੱਚੇ ਦੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸਾਂ ਵੀ ਹੋਈਆਂ ਤੇ ਸੰਗਤਾਂ ਨੇ ਹੌਸਲਾ ਅਫਜ਼ਾਈ ਵੀ ਕੀਤੀ। ਇਸ ਘਟਨਾ ਤੋਂ ਪਹਿਲਾਂ ਉਸ ਬੱਚੇ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ, ਪਰ ਜਦੋਂ ਉਹਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ ਗਿਆ, ਸਾਰੇ ਸੰਸਾਰ ਦਾ ਹਰ ਇੱਕ ਸਿੱਖ, ਹਰ ਇੱਕ ਸੁਹਿਰਦ ਸੱਜਣ, ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ, ਉਹਨੇ ਅਰਸ਼ਦੀਪ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਮੈਂ ਤੇ ਗੁਰਮੁਖੋ ਹੈਰਾਨ ਹੋ ਜਾਣਾ, ਸਾਡੀ ਗਿਣਤੀ ਭਾਵੇਂ ਸੰਸਾਰ ਦੇ ਵਿੱਚ ਬਹੁਤ ਥੋੜ੍ਹੀ ਹੈ, ਪਰ ਸਿੱਖਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਹਰ ਇੱਕ ਖੇਤਰ ਦੇ ਵਿੱਚ ਬਹੁਤ ਵੱਡਾ ਨਾਮਣਾ ਬਣਾਇਆ ਹੈ। ਸੰਸਾਰ ਲੈਵਲ ਤੇ ਸਿੱਖਾਂ ਦਾ ਨਾਮ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ ਤੇ ਚਾਹੀਦਾ ਤੇ ਇਹ ਹੈ ਵੀ ਸੰਸਾਰ ਦੇ ਵਾਂਗ ਹਿੰਦੁਸਤਾਨ ਦੇ ਲੋਕ ਵੀ ਸਾਡੀ ਤਾਰੀਫ ਕਰਨ ਵੀ ਸਾਡੇ ਕੋਲ ਸਿੱਖ ਨੇ, ਜਿਨ੍ਹਾਂ ਤੇ ਸਾਨੂੰ ਪ੍ਰਾਊਡ ਹੈ ਵੀ ਸਾਡੇ ਗੁਰੂ ਕੇ ਸਿੱਖ ਹਿੰਦੁਸਤਾਨ ਦੀ ਧਰਤੀ ਵਿੱਚ ਰਹਿੰਦੇ ਨੇ। ਪਰ ਦੁੱਖ ਦੀ ਗੱਲ ਇਹ ਹੈ ਵੀ ਸਿੱਖਾਂ ਨੂੰ ਨੀਵੇਂ ਵਿਖਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਛੱਡਿਆ ਜਾਂਦਾ।
ਸਿੱਖ ਗੁਰੂ ਕੇ ਲੰਗਰ ਲਾਉਣ, ਸਿੱਖ ਮਾਣਮੱਤੀਆਂ ਪ੍ਰਾਪਤੀਆਂ ਕਰਨ, ਗੁਰੂ ਕੇ ਸਿੱਖ ਸੰਸਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਦੇ ਝੰਡੇ ਬੁੰਗੇ ਜਿਹੜੇ ਨੇ ਅਟੱਲ ਕਰਨ, ਚੜ੍ਹਦੀ ਕਲਾ ਦੇ ਨਾਲ ਸਿੱਖ ਕੌਮ ਦੀ ਗੱਲ ਰੱਖਣ, ਨਾਮ ਰੋਸ਼ਨ ਕਰਨ। ਤੇ ਮੀਡੀਆ ਕਦੇ ਕਵਰੇਜ ਨਹੀਂ ਕਰਦਾ। ਸਿੱਖਾਂ ਦੇ ਕੋਲੋਂ ਸੁਭਾਵਕ ਕੋਈ ਨਿੱਕੀ ਜਿਹੀ ਗਲਤੀ ਹੋ ਜਾਵੇ ਤੇ ਇੱਕ ਬਿਰਤਾਂਤ ਸਿਰਜਿਆ ਜਾਂਦਾ, ਸਿੱਖਾਂ ਦੇ ਖਿਲਾਫ ਟਰੋਲ ਕੀਤਾ ਜਾਂਦਾ ਹੈ। ਪਰ ਗੁਰੂ ਕਿਰਪਾ ਕਰੇ ਭਾਗਾਂ ਵਾਲਿਓ, ਗੁਰੂ ਦੀ ਬਾਣੀ ਨਾਲ ਜੁੜ ਕੇ ਰਹੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨਗੇ, ਸਾਡੇ ਪੰਥ ਦੀ ਇਸੇ ਤਰ੍ਹਾਂ ਚੜ੍ਹਦੀ ਕਲਾ ਹੋਵੇਗੀ। ਇੱਕ ਬੜਾ ਪਿਆਰਾ ਬਚਨ ਮੈਨੂੰ ਚੇਤੇ ਆਇਆ। ਭਾਈ ਲਾਲੋ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਬੇਨਤੀ ਕੀਤੀ ਸੀ, ਮਹਾਰਾਜ ਜਿਹੜਾ ਤੁਸੀਂ ਇਹ ਪੰਥ ਚਲਾਇਆ ਹੈ, ਇਸ ਪੰਥ ਦਾ ਆਉਣ ਵਾਲਾ ਫਿਊਚਰ ਕੀ ਹੈ, ਇਹਦਾ ਭਵਿੱਖ ਕੀ ਹੋਵੇਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਬਚਨ ਕਿਹਾ ਸੀ, ਭਾਗਾਂ ਵਾਲਿਓ ਉਹਨੂੰ ਸਮਝਿਓ। ਮਹਾਰਾਜ ਕਹਿਣ ਲੱਗੇ, ਲਾਲੋ ਜੇ ਮੇਰੇ ਸਿੱਖ ਆਪਸ ਵਿੱਚ ਰਲ ਕੇ ਰਹਿਣਗੇ, ਇਹ ਦੁਨੀਆ ਦੇ ਉੱਤੇ ਰਾਜ ਕਰਿਆ ਕਰਨਗੇ। ਤੇ ਜੇ ਇਹਨਾਂ ਦੇ ਵਿੱਚ ਵਖੇਵਾਂ ਪੈ ਗਿਆ ਨਾ, ਫਿਰ ਰਾਜ ਭਾਗ ਪ੍ਰਾਪਤ ਨਹੀਂ ਹੋਣਾ, ਆਪਸ ਵਿੱਚ ਲੜਦੇ ਰਹਿਣਗੇ। आपस कर जे मिल के रहें, राज मुल्क का करते रहें, निज निकट जब होए बखेड़ा, तब ही राज जाए बिन देरा। सिख इकट्ठे होके रहन, गुरु की कृपा के पात्र बन के रहन, ते गुरमुखो जिहड़ी अरदास रोजाना करते ने, राज करेगा खालसा आकी रहे ना कोई, खुवार होए सा मिलेंगे बचे शरण जो होए। ये कदे नहीं हो सकता भी सिखां दी अरदास बिरथी जाए। महाराज कहते ने जदों किसी नूं अकाल पुरख वडियाई दिंदा है, उत्थे डरना नहीं चाहिए, क्योंकि अकाल पुरख वाहिगुरु अपने सेवकां दी शोभा आप संसार दे उत्ते वधाउंदा है जी। देखो भाई यह अखाड़ा, हर प्रीतम सच्चे का, जिन अपने जोर सब आन निभाए। हजूर कहते ने जेड़े अकाल पुरख वाहिगुरु ने अपनी सत्या दे नाल, अपनी कला दे नाल गुरु दे सामने सारे संसार नूं निभाया है, उस अकाल पुरख वाहिगुरु ने इस संसार नूं मानो एक अखाड़ा बनाया है। अज भी ते पुराने जमाने विच भी बड़े वड्डे अखाड़े लग्या करते सन जी, ते उन्हां अखाड़ियां दे विच पहलवानां ने आके घुलना। महाराज जी की पावन बाणी पढ़ो तो गुरु साहब ने संसार नूं एक अखाड़ा आखिया। जिन्ने भी जीव आप आए हैं सारे इत्थे पहलवान बन के आए हैं, तो इत्थे युद्ध होना जी विकारां दे नाल। आम तौर पर अखाड़ियां दा एक नियम हुंदा है भी एक पहलवान दूसरे पहलवान दे नाल घोल करदा है, ते जिहड़ा जित जाए उन्हों माली मिलदी, उन्हों मान सन्मान मिलदा है। पर हजूर कहते ने जिहड़ा संसार है एक ऐसा अखाड़ा है जिथे बंदा कल्ला है तो इनू युद्ध करना पैना पंजां दे नाल। पंजां दे नाल घोल होना जी मनुख दा, ते उन्हां पंजां नूं हरा के जिहड़ा बंदा जित प्राप्त करेगा, गुरु दे दर तो मान सन्मान उन्हों मिलना है। महाराज कहते हों गोसाई दा पहलवानड़ा, मैं गुर मिल उच दुमालड़ा, सब होई छिंज इकट्ठिया दइयो, बैठा वेखै आप जियो। वात वजन टमक भेरियां, मल लथे लैंदे फेरियां। जिवें अखाड़ियां दे विच ढोल वजदे ने, डगे वजदे ने, एक माहौल बनाया जाता है पहलवानां दे घुलण वास्ते। महाराज कहंदे जिहड़ा इत्थे माया दा रौला पै रिहा ना जी, जिन्ने माया दे वाजे वजदे पए ने, इस शोर दे विच बंदे ने इन्हां विकारां नाल युद्ध करना, इन्हां नाल घोल करना है। वात वजन टमक भेरियां, मल लथे लैंदे फेरियां।
ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜੇ ਗੁਰੂ ਥਾਪੀ ਦੇਵੇ, ਗੁਰੂ ਅਸੀਸ ਦੇਵੇ, ਤੇ ਮਹਾਰਾਜ ਕਹਿੰਦੇ ਸਿੱਖ ਪੰਜਾਂ ਵਿਕਾਰਾਂ ਨੂੰ ਢਾਹ ਲੈਂਦਾ ਹੈ। ਜਿਹੜੇ ਪੰਜ ਬੜੇ ਬੜੇ ਬਲੀ ਵਿਕਾਰ ਨੇ, ਇਹਨਾਂ ਦੇ ਉੱਤੇ ਮਨੁੱਖ ਫਤਿਹ ਪ੍ਰਾਪਤ ਕਰ ਲੈਂਦਾ ਹੈ। ਸਭ ਇਕੱਠੇ ਹੋਏ ਆਇਆ, ਘਰ ਜਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸੰਸਾਰ ਇੱਕ ਅਖਾੜੇ ਦੇ ਵਾਂਗ ਹੈ, ਤੇ ਇਸ ਅਖਾੜੇ ਦੇ ਵਿੱਚ ਜਿਸ ਮਨੁੱਖ ਤੇ ਗੁਰੂ ਦੀ ਕਿਰਪਾ ਹੋਵੇ ਉਹਨੂੰ ਮਹਾਰਾਜ ਜੀ ਫਿਰ ਦੁਮਾਲੜਾ ਬਖਸ਼ਿਸ਼ ਕਰਦੇ ਨੇ, ਮਾਲੀ ਬਖਸ਼ਿਸ਼ ਕਰਦੇ ਨੇ, ਤੇ ਸਾਰਾ ਸੰਸਾਰ ਉਹਦੇ ਚਰਨਾਂ ਤੇ ਆ ਕੇ ਨਿਮ ਜਾਂਦਾ ਹੈ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦਾ ਬਿਰਧ ਹੈ, ਉਹ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ, ਸੇਵਕਾਂ ਦੀ ਪੱਤ ਰੱਖਦਾ ਹੈ, ਤੇ ਜਿਹੜੇ ਸੇਵਕਾਂ ਦੇ ਨਿੰਦਕ ਨੇ, ਜਿਹੜੇ ਉਹਨਾਂ ਨੂੰ ਨੀਵਾਂ ਵਿਖਾਉਣਾ ਚਾਹੁੰਦੇ ਨੇ, ਉਹਨਾਂ ਦੇ ਮੂੰਹ ਅਕਾਲ ਪੁਰਖ ਵਾਹਿਗੁਰੂ ਜੀ ਕਾਲੇ ਕਰ ਦਿੰਦੇ ਨੇ। ਇੱਕ ਨੁਕਤਾ ਸਮਝਿਓ, ਨਿੰਦਿਆ ਦਾ ਜਨਮ ਈਰਖਾ ਦੇ ਵਿੱਚੋਂ ਹੁੰਦਾ ਹੈ। ਜਿਸ ਬੰਦੇ ਅੰਦਰ ਈਰਖਾ ਨਹੀਂ, ਉਸ ਬੰਦੇ ਦੇ ਕੋਲ ਨਿੰਦਿਆ ਵਾਲਾ ਸੁਭਾਅ ਹੀ ਨਹੀਂ। ਜੈਲਸ ਵਿੱਚੋਂ, ਈਰਖਾ ਦੇ ਵਿੱਚੋਂ ਨਿੰਦਿਆ ਜਨਮ ਲੈਂਦੀ ਹੈ, ਤੇ ਨਿੰਦਕ ਦਾ ਸੁਭਾਅ ਫਿਰ ਐਸਾ ਬਣ ਜਾਂਦਾ ਹੈ, ਕਿਸੇ ਦੇ ਗੁਣ ਵੀ ਉਹਨੂੰ ਔਗਣ ਨਜ਼ਰ ਆਉਂਦੇ ਨੇ। ਜੇ ਸਾਡਾ ਕਿਸੇ ਨਾਲ ਪਿਆਰ ਹੋਵੇ, ਭਾਗਾਂ ਵਾਲਿਓ, ਉਹਦੇ ਔਗਣ ਅਸੀਂ ਨਜ਼ਰ ਅੰਦਾਜ਼ ਕਰਕੇ ਕੇਵਲ ਗੁਣਾਂ ਦੀ ਗੱਲ ਕਰਦੇ ਹਾਂ। ਜੇ ਕਿਸੇ ਨਾਲ ਸਾਡੇ ਮਨ 'ਚ ਈਰਖਾ ਹੋਵੇ, ਤੇ ਭਾਵੇਂ ਅਗਲੇ ਵਿੱਚ ਬੜੇ ਗੁਣ ਹੋਣ, ਅਸੀਂ ਸਾਰੇ ਗੁਣਾਂ ਨੂੰ ਛੱਡ ਕੇ ਇੱਕ ਨੈਗੇਟਿਵ ਪੱਖ ਲਵਾਂਗੇ ਤੇ ਉਹਨੂੰ ਨੀਵਾਂ ਵਿਖਾਉਣ ਵਾਸਤੇ ਉਹਦਾ ਭੰਡੀ ਪ੍ਰਚਾਰ ਕਰਾਂਗੇ। ਸੰਸਾਰ ਦੇ ਵਿੱਚ ਸਾਡਾ ਇੱਕ ਸੁਭਾਅ ਬਣ ਗਿਆ ਹੈ, ਈਰਖਾ ਸਾਡੇ ਅੰਦਰ ਬਹੁਤ ਹੈ। ਗੁਰਮੁਖੋ ਮੈਨੂੰ ਖਿਮਾ ਕਰਿਓ, ਖਾਸ ਕਰਕੇ ਭਾਵੇਂ ਅਸੀਂ ਧਾਰਮਿਕ ਦੁਨੀਆ ਵਿੱਚ ਜਿਉਣ ਵਾਲੇ ਹਾਂ, ਪਰ ਜੈਲਸ, ਈਰਖਾ ਤੇ ਨਿੰਦਿਆ ਸਾਡੇ ਅੰਦਰ ਬਹੁਤ ਹੈ। ਸਤਿਗੁਰੂ ਮਹਾਰਾਜ ਜੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਜਿਹੜੇ ਬੰਦੇ ਨੇ ਈਰਖਾ ਨੂੰ ਆਪਣੇ ਅੰਦਰ ਪਾਲਿਆ ਨਾ ਜੀ, ਉਹਦਾ ਕਦੇ ਭਲਾ ਨਹੀਂ ਹੋ ਸਕਦਾ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹਨੇ ਬਹੁਤ ਸੋਹਣਾ ਲਿਖਿਆ ਹੈ। ਉਹ ਕਹਿੰਦਾ ਈਰਖਾ ਕਰਨ ਵਾਲੇ ਮਨੁੱਖ ਆਪਣੀ ਜ਼ਿੰਦਗੀ ਦੀਆਂ ਲੱਕੜਾਂ ਬਣਾ ਕੇ ਜ਼ਿੰਦਗੀ ਨੂੰ ਸਾੜ ਕੇ ਰਾਖ ਕਰ ਦਿੰਦੇ ਨੇ। ਉਹ ਵੇਖਣ ਨੂੰ ਲੱਗਦਾ ਵੀ ਤੁਰੇ ਫਿਰਦੇ ਨੇ, ਪਰ ਉਹਨਾਂ ਦੇ ਅੰਦਰ ਜਿਹੜੇ ਚੰਗੇ ਗੁਣ ਨੇ ਉਹ ਮਰ ਚੁੱਕੇ ਨੇ। ਬੰਦੇ ਨੂੰ ਰੱਬ ਦਾ ਨਾਮ ਭੁੱਲ ਜਾਏ, ਚੰਗੇ ਗੁਣ ਉਹਦੇ ਜੀਵਨ ਦੇ ਵਿੱਚ ਨਾ ਰਹਿਣ, ਤੇ ਮਹਾਰਾਜ ਕਹਿੰਦੇ ਉਹ ਤੁਰਿਆ ਫਿਰਦਾ ਹੀ ਮਰਿਆ ਸਮਾਨ ਹੈ। ਈਰਖਾ ਦੇ ਵਿੱਚੋਂ ਨਿੰਦਕ ਦੀ ਭਾਵਨਾ ਨੇ ਜਨਮ ਲਿਆ, ਨਿੰਦਿਆ ਨੇ ਜਨਮ ਲਿਆ, ਤੇ ਨਿੰਦਕ ਮਨੁੱਖ ਭਾਗਾਂ ਵਾਲਿਓ ਗੁਰੂ ਦਾ ਲਿਹਾਜ਼ ਵੀ ਨਹੀਂ ਕਰਦਾ। ਸੁਭਾਅ ਨਿੰਦਿਆ ਵਾਲਾ ਬਣ ਜਾਏ ਨਾ ਜੀ, ਹੈਬਿਟ ਬਣ ਜਾਏ, ਤੇ ਬੰਦਾ ਗੁਰੂ ਦੀ ਨਿੰਦਿਆ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਬੜੇ ਬੜੇ ਲੋਕਾਂ ਨੇ ਗੁਰੂ ਦੀ ਨਿੰਦਿਆ ਕੀਤੀ, ਗੁਰੂ ਕੇ ਸਿੱਖਾਂ ਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਦੀ ਰਸਨਾ ਦੇ ਵਿੱਚੋਂ ਇੱਕ ਸ਼ਬਦ ਸਾਡੀ ਝੋਲੀ ਵਿੱਚ ਪਾਇਆ ਹੈ। ਮਾਨੋ ਰੱਬ ਜੀ ਇਹ ਗੱਲ ਕਹਿ ਰਹੇ ਨੇ। ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਹੈ, ਤੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਪੇਸ਼ ਕੀਤਾ ਵੀ ਮਹਾਰਾਜ ਰੱਬ ਜੀ ਕਹਿੰਦੇ ਨੇ, ਸੰਤ ਕਾ ਲਿਆ ਧਰਤ ਬਿਦਾਰੋਂ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋਂ। ਲਿਆ ਜਿਹੜਾ ਸ਼ਬਦ ਹੈ ਨਾ ਜੀ, ਅਰਬੀ ਦਾ ਇੱਕ ਸ਼ਬਦ ਹੈ, ਲਈਨ ਉਹਦੇ ਤੋਂ ਬਣਿਆ ਹੈ। ਕਿਸੇ ਬੰਦੇ ਨੂੰ ਫਿਟਕਾਰ ਨਾ ਹੋਵੇ, ਕਿਸੇ ਨੂੰ ਤਿਰਕਾਰ ਪਾਉਣੀ ਹੋਵੇ,
ਉੱਥੇ ਸ਼ਬਦ ਵਰਤਿਆ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ ਜਿਸ ਬੰਦੇ ਨੂੰ ਰੱਬ ਦੇ ਸੰਤਾਂ ਨੇ ਦੁਰਕਾਰਿਆ ਹੋਵੇ ਮੈਂ ਉਹਨਾਂ ਨੂੰ ਖਤਮ ਕਰਕੇ ਰੱਖ ਦੇਣਾ, ਉਹਨਾਂ ਬੰਦਿਆਂ ਨੂੰ ਮੈਂ ਉੱਚੇ ਮਰਾਤਬਿਆਂ ਤੋਂ ਥੱਲੇ ਡੇਗ ਦੇਣਾ। ਸੰਤ ਕਾ ਨਿੰਦਕ ਆਕਾਸ਼ ਤੇ ਟਾਰੋਂ, ਬੰਦਾ ਬੜੀ ਤਰੱਕੀ ਕਰਕੇ ਆਕਾਸ਼ ਤੱਕ ਪਹੁੰਚਾ ਹੋਵੇ, ਬੁਲੰਦੀਆਂ ਨੂੰ ਹਾਸਲ ਕਰ ਲਵੇ, ਪਰ ਨਿੰਦਿਆ ਦਾ ਕੋੜ ਇੰਨਾ ਭਿਆਨਕ ਹੈ ਕਿ ਬੰਦਾ ਫਿਰ ਜ਼ਮੀਨ ਤੇ ਆ ਕੇ ਡਿੱਗ ਪੈਂਦਾ ਹੈ। ਸਾਡੇ ਸਾਰੇ ਇਤਿਹਾਸ ਨੂੰ ਪੜ੍ਹੋ, ਮੈਂ ਹੁਣੇ ਜ਼ਿਕਰ ਕੀਤਾ ਹੈ। ਗੁਰ ਇਤਿਹਾਸ ਨੂੰ ਪੜ੍ਹ ਕੇ ਵੇਖ ਲਈਏ, ਸਿੱਖ ਇਤਿਹਾਸ ਨੂੰ ਪੜ੍ਹ ਕੇ ਵੇਖ ਲਈਏ, ਅੱਜ ਸਿੱਖਾਂ ਦੀ ਗੱਲ ਕਰ ਲਈਏ, ਸਾਡੇ ਬਹੁਤ ਸਾਰੇ ਨਿੰਦਕ ਮੌਜੂਦ ਨੇ, ਪਰ ਮੈਂ ਛੋਟੀ ਜਿਹੀ ਵਾਰਤਾ ਤੁਹਾਡੇ ਨਾਲ ਇਤਿਹਾਸ ਦੀ ਸਾਂਝੀ ਕਰਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਸਮੇਂ ਵਾਪਰੀ ਘਟਨਾ ਜੀ, ਔਰ ਇਸ ਗੌੜੀ ਕੀ ਵਾਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਘਟਨਾ ਨੂੰ ਆਧਾਰ ਬਣਾ ਕੇ ਬੜੇ ਪਿਆਰੇ ਬਚਨ ਸਾਡੀ ਝੋਲੀ ਵਿੱਚ ਪਾਏ ਨੇ। ਜੇ ਆਪਾਂ ਉਥਾਨਕਾ ਦੀ ਗੱਲ ਕਰੀਏ, ਗੌੜੀ ਕੀ ਵਾਰ ਦੀ ਜਿਹੜੀ ਉਥਾਨਕ ਹੈ ਭਾਗਾਂ ਵਾਲਿਓ, ਉਸ ਘਟਨਾ ਨਾਲ ਮਿਲਦੀ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਦਾ ਨਗਰ ਵਸਾਇਆ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਗੋਂਦੇ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ। ਸਿੱਖ ਸੰਗਤਾਂ ਦੀ ਆਮਦ ਹੋਈ। ਗੋਇੰਦਵਾਲ ਇੰਨਾ ਪਿਆਰਾ ਸ਼ਹਿਰ ਬਣ ਗਿਆ ਕਿ ਮਹਾਰਾਜ ਦੀ ਪਾਵਨ ਬਾਣੀ ਵਿੱਚ ਵੀ ਵਚਨ ਮਿਲਦਾ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਅਨ ਤੀਰ ਵਿਪਾਸ ਬਣਾਇਓ। ਜਦੋਂ ਸੰਗਤਾਂ ਬਹੁਤ ਆਉਣ ਲੱਗੀਆਂ, ਗੁਰੂ ਕੇ ਲੰਗਰ ਚੱਲਣ ਲੱਗੇ, ਰੌਣਕਾਂ ਲੱਗ ਗਈਆਂ, ਤੇ ਜਿਹੜੀ ਗੁਰੂ ਦਰਬਾਰ ਦੇ ਵਿੱਚ ਮਾਇਆ ਆਉਂਦੀ ਸੀ ਨਾ, ਉਸ ਮਾਇਆ ਨੂੰ ਵੇਖ ਕੇ ਭਾਈ ਗੋਂਦੇ ਦਾ ਮਨ ਬੇਈਮਾਨ ਹੋ ਗਿਆ। ਦੇਖੋ, ਆਪ ਉਹਨੇ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਨਗਰ ਵਸਾਓ, ਤੇ ਕਹਿੰਦਾ ਮਹਾਰਾਜ ਮੈਨੂੰ ਮਾਇਆ ਦੇ ਵਿੱਚੋਂ ਹਿੱਸਾ ਚਾਹੀਦਾ, ਪੈਸੇ ਚਾਹੀਦੇ ਨੇ। ਸਤਿਗੁਰੂ ਮਹਾਰਾਜ ਨੇ ਆਖਿਆ ਬਾਬੇ ਨਾਨਕ ਦਾ ਦਰ ਹੈ, ਇੱਥੇ ਵਪਾਰ ਨਹੀਂ ਕੀਤਾ ਜਾ ਰਿਹਾ ਵੀ ਕੁਝ % ਤੈਨੂੰ ਦਈਏ। ਹਾਂ, ਤੁਹਾਨੂੰ ਕੋਈ ਜ਼ਰੂਰਤ ਹੈ, ਕੱਪੜੇ ਦੀ ਜ਼ਰੂਰਤ ਹੈ, ਅਨਾਜ ਦੀ ਜ਼ਰੂਰਤ ਹੈ, ਤੁਹਾਡੀ ਪੂਰੀ ਕਰ ਦਿਆਂਗੇ। ਪਰ ਭਾਗਾਂ ਵਾਲਿਓ ਉਹਨੂੰ ਲੋਕਾਂ ਨੇ ਚੁੱਕਿਆ ਤੇ ਉਹ ਵਕਤ ਦੇ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦੀ ਹੋ ਗਿਆ। ਪੁਰਾਣੇ ਜ਼ਮਾਨੇ ਵਿੱਚ ਜਦੋਂ ਕਿਸੇ ਬਾਦਸ਼ਾਹ ਦੇ ਕੋਲ ਕਿਸੇ ਨੇ ਫਰਿਆਦ ਲੈ ਕੇ ਜਾਣਾ ਹੁੰਦਾ ਸੀ, ਇੱਕ ਨੀਲੇ ਰੰਗ ਦਾ ਚੋਲਾ ਹੁੰਦਾ ਸੀ ਜਿਹੜਾ ਪਹਿਨ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦੇ ਸਨ। ਆਮ ਤੌਰ ਤੇ ਪਿੰਡਾਂ ਦੀਆਂ ਧਰਮਸ਼ਾਲਾਂ ਦੇ ਵਿੱਚ ਸਾਂਝੇ ਸਥਾਨਾਂ ਤੇ ਉਹ ਚੋਲਾ ਪਿਆ ਹੁੰਦਾ ਸੀ। ਜੇ ਕਿਸੇ ਨੂੰ ਰੋਗ ਹੈ, ਕਿਸੇ ਨੂੰ ਦੁੱਖ ਹੈ, ਤਕਲੀਫ ਹੈ, ਕਿਸੇ ਨਾਲ ਧੱਕਾ ਹੋਇਆ ਹੈ, ਉਹ ਚੋਲਾ ਪਾ ਕੇ ਲੋਕੀ ਬਾਦਸ਼ਾਹ ਦੇ ਕੋਲ ਫਰਿਆਦ ਲੈਣ ਵਾਸਤੇ ਜਾਂਦੇ ਸਨ। ਇੱਕ ਚੋਲੇ ਨੂੰ ਹਜ਼ਾਰਾਂ ਲੋਕਾਂ ਨੇ ਪਾਉਣਾ ਤੇ ਚੋਲਾ ਗੰਦਾ ਹੋ ਜਾਂਦਾ ਸੀ, ਮੈਲਾ ਹੋ ਜਾਂਦਾ ਸੀ, ਕਈ ਵਾਰ ਉਹਦੇ 'ਚ ਜੂਆਂ ਵੀ ਪੈ ਜਾਂਦੀਆਂ ਸਨ, ਗੰਦਗੀ ਦੇ ਨਾਲ ਭਰ ਜਾਇਆ ਕਰਦਾ ਸੀ। ਗੋਂਦੇ ਨੇ ਆਪਣੇ ਸੇਵਕ ਨੂੰ ਉਹ ਚੋਲਾ ਪਹਿਨਾਇਆ, ਬਾਦਸ਼ਾਹ ਦੇ ਕੋਲ ਗਏ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੀ ਨਿੰਦਿਆ ਕੀਤੀ, ਬੜੀਆਂ ਬੜੀਆਂ ਗੱਲਾਂ ਕੀਤੀਆਂ। ਜਦੋਂ ਸਮੇਂ ਦੇ ਬਾਦਸ਼ਾਹ ਨੇ ਸਾਰਾ ਪੱਖ ਸੁਣਿਆ ਤੇ ਉਹਨੇ ਕਹਿ ਦਿੱਤਾ ਵੀ ਗੁਰੂ ਅਮਰਦਾਸ ਮਹਾਰਾਜ ਜੀ ਬਿਲਕੁਲ ਠੀਕ ਨੇ ਤੇ ਤੂੰ ਗਲਤ ਹੈ। ਹੁਣ ਗਲਤ ਫਰਿਆਦ ਲੈ ਕੇ ਜਾਈਏ ਤੇ ਮਾਰ ਵੀ ਪੈਂਦੀ ਹੈ, ਡੰਨ ਵੀ ਮਿਲਦਾ ਹੈ। ਗੋਂਦੇ ਨੂੰ ਤੇ ਉਹਦੇ ਸਾਥੀ ਨੂੰ ਮਾਰ ਵੀ ਪਈ ਤੇ ਬੜੀ ਲੱਜਾ ਦੇ ਨਾਲ ਸ਼ਰਮਿੰਦੇ ਹੋ ਕੇ ਜਦੋਂ ਵਾਪਸ ਆਏ ਨਾ ਜੀ, ਸੰਸਾਰ ਦੇ ਲੋਕਾਂ ਨੇ ਲਾਹਨਤਾਂ ਪਾਈਆਂ, ਭਲਿਓ ਗੁਰੂ ਦੀ ਨਿੰਦਿਆ ਕਰਦੇ ਹੋ, ਉਸ ਗੁਰੂ ਦੀ ਜਿਹਦਾ ਦਰਬਾਰ ਸਾਰਿਆਂ ਦੇ ਵਾਸਤੇ ਸਾਂਝਾ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਨਿੰਦਿਆ ਉਹਨਾਂ ਨੇ ਕੀਤੀ ਤੇ ਲਾਹਨਤਾਂ ਪਈਆਂ। ਜਿਸ ਤਰ੍ਹਾਂ ਦਾ ਸਲੂਕ ਸੰਸਾਰ ਦੇ ਵਿੱਚ ਉਹਨਾਂ ਨਾਲ ਕੀਤਾ ਗਿਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ,
ਤਿੰਨ ਵੇ ਮੁਖ ਵੇ ਮੁਖੈ ਨੂੰ ਪਾਇਆ। ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ ਗੂੰ ਪੜ ਸਗਵੀ ਮਲ ਲਾਏ ਮਨ ਮੁਖ ਆਇਆ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇ ਮੁਖ ਕਰਕੇ ਭੇਜਿਆ। ਉਥੇ ਪੀ ਮੋਹ ਕਾਲਾ ਦੋਹਾਂ ਵੇ ਮੁਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ ਵੇ ਮੁਖ ਸਣੈ ਨਫਰੈ ਪੌਲੀ ਪੌਂਦੀ ਫਾਵਾ ਹੋਏ ਕੈ ਉੱਠ ਕਰ ਆਇਆ। ਹਾਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਧਿਆਇਆ। ਧੰਨ ਧਵਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬੈ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੇ ਮਾਰ ਪਚਾਇਆ। ਇਹ ਅੱਖਰ ਤਿੰਨ ਆਖਿਆ ਜਿਨ ਜਗਤ ਸਭ ਉਪਾਇਆ। ਨਿੰਦਾ ਕਰਨ ਵਾਲਿਆਂ ਨੂੰ ਮਹਾਰਾਜ ਕਹਿੰਦੇ ਹਮੇਸ਼ਾ ਸੰਸਾਰ ਦੇ ਵਿੱਚ ਤਿਰਕਾਰ ਦਾ ਫਿਟਕਾਰਾਂ ਦਾ ਪਾਤਰ ਬਣਨਾ ਪੈਂਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਦੇ ਸੇਵਕਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦੇ ਮੂੰਹ ਅਕਾਲ ਪੁਰਖ ਵਾਹਿਗੁਰੂ ਕਾੜੇ ਕਰਦਾ ਹੈ ਤੇ ਆਪਣੇ ਭਗਤਾਂ ਦੀ ਹਮੇਸ਼ਾ ਪੈਜ ਰੱਖਦਾ ਹੈ ਜੀ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ। ਹਰ ਕੀਰਤ ਭਗਤ ਨਿਤ ਆਪ ਕਰਾਏ। ਮਹਾਰਾਜ ਕਹਿੰਦੇ ਨੇ ਜਿਹੜੀ ਅਕਾਲ ਪੁਰਖ ਦੀ ਵਡਿਆਈ ਹੈ ਉਹ ਦਿਨ ਦਿਨ ਸਵਾਈ ਚੜ੍ਹਦੀ ਹੈ। ਲੱਖਾਂ ਯਤਨ ਕੋਈ ਕਰ ਲਵੇ ਲੇਕਿਨ ਗੁਰੂ ਦੀ ਵਡਿਆਈ ਗੁਰੂ ਦੀ ਸ਼ੋਭਾ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਦਿਨੋਂ ਦਿਨ ਵੱਧਦੀ ਹੈ ਕਿਉਂਕਿ ਗੁਰੂ ਆਪਣੀ ਰਸਨਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰਦਾ ਹੈ ਜੀ। ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ। ਹੁਣ ਇਸ ਪਾਵਨ ਬਚਨ ਵਿੱਚ ਮਹਾਰਾਜ ਜੀ ਸਾਨੂੰ ਇੱਕ ਤਾਕੀਦ ਕਰਦੇ ਨੇ ਵੀ ਗੁਰਮੁਖੋ ਤੁਸੀਂ ਲਗਾਤਾਰ ਵੱਧ ਤੋਂ ਵੱਧ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਕਿਉਂਕਿ ਤੁਸੀਂ ਜਿਸ ਗੁਰੂ ਦੇ ਲੜ ਲੱਗੇ ਹੋ ਉਹ ਗੁਰੂ ਬੜਾ ਸਮਰੱਥ ਹੈ। ਅਕਾਲ ਪੁਰਖ ਦੀ ਵਡਿਆਈ ਕਰੋ ਤੇ ਅਕਾਲ ਪੁਰਖ ਵਾਹਿਗੁਰੂ ਉਸ ਗੁਰੂ ਦਾ ਵਾਸਾ ਤੁਹਾਡੇ ਘਰ ਦੇ ਵਿੱਚ ਕਰ ਦੇਣ। ਸ਼ਬਦ ਤੋਂ ਭਾਵ ਜੇ ਵੀ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦਾ ਵਾਸ ਹੋ ਜਾਏ। ਪਰ ਗੁਰਮੁਖੋ ਜੇ ਅਸੀਂ ਸੱਚੇ ਮਨ ਦੇ ਨਾਲ ਗੁਰੂ ਨਾਲ ਜੁੜ ਜਾਈਏ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਗੁਰੂ ਦਾ ਵਾਸਾ ਹੁੰਦਾ ਹੈ ਤੇ ਜਿਹੜਾ ਘਰ ਸਾਡੇ ਸਰੀਰ ਦੇ ਰਹਿਣ ਵਾਸਤੇ ਹੈ ਉਸ ਘਰ ਦੇ ਵਿੱਚ ਵੀ ਗੁਰੂ ਦਾ ਵਾਸਾ ਹੁੰਦਾ ਹੈ। ਉਸ ਘਰ ਦੇ ਵਿੱਚ ਵੀ ਬਰਕਤਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਧਾ ਕੇ ਆ ਜਾਂਦੀਆਂ ਨੇ। ਅਸੀਂ ਜਿਸ ਗੁਰੂ ਦੇ ਦਰ ਤੇ ਬੈਠੇ ਆ ਉਸ ਗੁਰੂ ਦੇ ਪਰਥਾਏ ਮਹਾਰਾਜ ਜੀ ਨੇ ਆਖਿਆ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦੁਨੀਆ ਦੇ ਲੋਕ ਤੇ ਨੌ ਨਿਧੀਆਂ ਦੇ ਵਾਸਤੇ ਤਰਲੇ ਮਾਰਦੇ ਫਿਰਦੇ ਨੇ ਗੁਰਸਿੱਖਾ ਜੇ ਤੂੰ ਗੁਰੂ ਵਾਲਾ ਬਣ ਜਾਏ ਤੇ ਧਾ ਕੇ ਦੌੜ ਕੇ ਤੇਰੇ ਘਰ ਆ ਜਾਣਗੀਆਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੁ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਮਹਾਰਾਜ ਕਹਿੰਦੇ ਨੇ ਗੁਰੂ ਕੇ ਸਿੱਖੋ ਆਪਣੇ ਗੁਰੂ ਦੀ ਪਾਵਨ ਬਾਣੀ ਨੂੰ ਸੱਚ ਕਰਕੇ ਜਾਣੋ ਕਿਉਂਕਿ ਬਾਣੀ ਦਾ ਇੱਕ ਇੱਕ ਬੋਲ ਅਕਾਲ ਪੁਰਖ ਵਾਹਿਗੁਰੂ ਨੇ ਆਪ ਗੁਰੂ ਦੀ ਰਸਨਾ ਦੇ ਵਿੱਚ ਬਹਿ ਕੇ ਉਚਾਰਨ ਕੀਤਾ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸੂਰਜ ਪ੍ਰਕਾਸ਼ ਦੇ ਵਿੱਚ ਉਹ ਕਹਿੰਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਇਹ ਭਾਂਡੇ ਗੁਰੂ ਨਾਨਕ ਸਾਹਿਬ ਦੇ ਨੇ ਪਰ ਜਿਹੜੀ ਵਸਤ ਪਈ ਉਹ ਅਕਾਲ ਪੁਰਖ ਦੀ ਹੈ। ਭਾਂਡੇ ਜ਼ਰੂਰ ਗੁਰੂ ਨਾਨਕ ਸਾਹਿਬ ਦੇ ਨੇ ਪਰ ਵਸਤੂ ਅਕਾਲ ਪੁਰਖ ਦੀ ਹੈ। ਰਸਨਾ ਗੁਰੂ ਨਾਨਕ ਸਾਹਿਬ ਦੀ ਹੈ। ਰਸਨਾ ਤੇ ਬੋਲਦੇ ਵਾਹਿਗੁਰੂ ਜੀ ਆਪ ਨੇ। ਮਹਾਰਾਜ ਦੀ ਸਾਰੀ ਬਾਣੀ ਵਿੱਚ ਮਹਾਰਾਜ ਜੀ ਨੇ ਬੜੀ ਵਾਰ ਆਖਿਆ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਮਹਾਰਾਜ ਕਹਿੰਦੇ ਨੇ ਗੁਰੂ ਕੇ ਸਿੱਖੋ ਆਪਣੇ ਗੁਰੂ ਦੀ ਪਾਵਨ ਬਾਣੀ ਨੂੰ ਸੱਚ ਕਰਕੇ ਮੰਨੋ ਕਿਉਂਕਿ ਬਾਣੀ ਦਾ ਇੱਕ ਇੱਕ ਸ਼ਬਦ ਅਕਾਲ ਪੁਰਖ ਨੇ ਆਪ ਗੁਰੂ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਗੁਰਮੁਖੋ ਜੇ ਬਚਨ ਸੱਚ ਕਰਕੇ ਮੰਨ ਲਈਏ ਨਾ
ਫਿਰ ਸੱਚੀ ਬਾਣੀ ਨੂੰ ਛੱਡ ਕੇ ਕਿਸੇ ਕੱਚੇ ਦੇ ਪਿੱਛੇ ਨਹੀਂ ਜਾਵਾਂਗੇ। ਕਿਸੇ ਅਸੀਂ ਕੱਚੇ ਪਿੱਲੇ ਦੀ ਬਾਣੀ ਦੇ ਪਿੱਛੇ ਨਹੀਂ ਜਾਵਾਂਗੇ। ਜੇ ਸੱਚੀ ਬਾਣੀ ਨਾਲ ਜੁੜ ਜਾਈਏ, ਸੱਚੀ ਬਾਣੀ ਸਾਡੇ ਜੀਵਨ ਦਾ ਸ਼ਿੰਗਾਰ ਬਣੇਗੀ, ਤਾਂ ਸਾਡਾ ਜੀਵਨ ਸਫਲਾ ਹੋਵੇਗਾ ਜੀ। ਮਹਾਰਾਜ ਕਹਿੰਦੇ ਨੇ, ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ। ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਆਪਣੇ ਗੁਰੂ ਕੇ ਸਿੱਖਾਂ ਦੇ ਮੂੰਹ ਜਿਹੜੇ ਨੇ ਹਲਤ ਪਲਤ ਵਿੱਚ ਉਜਲੇ ਕਰਦੇ ਨੇ, ਗੁਰੂ ਦੀ ਜੈ ਜੈਕਾਰ ਸਾਰੇ ਸੰਸਾਰ ਦੇ ਵਿੱਚ ਕਰਦੇ ਨੇ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਮਹਾਰਾਜ ਕਹਿੰਦੇ ਨੇ, ਦਾਸ ਨਾਨਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਸੇਵਕ ਹੈ, ਤੇ ਰੱਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸੇਵਕਾਂ ਦੀ ਆਪ ਪੈਜ ਰੱਖਦੇ ਹਨ ਜੀ। ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਾਡਾ ਸ਼ਾਹ ਹੈ, ਸਦਾ ਰਹਿਣ ਵਾਲਾ ਹੈ, ਸਾਰੇ ਸੰਸਾਰ ਦਾ ਮਾਲਕ ਹੈ ਜੀ। ਸੱਚ ਪੂੰਜੀ ਨਾਮ ਦਿਰੜਾਏ ਪ੍ਰਭ, ਵਣਜਾਰੇ ਥਾਰੇ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੇਰੇ ਦਰ ਦੇ, ਤੇਰੇ ਨਾਮ ਦੇ ਵਣਜਾਰੇ ਹਾਂ, ਸਾਨੂੰ ਇਹ ਸਮੱਤ ਬਖਸ਼ਿਸ਼ ਕਰ, ਇਹ ਨਿਸ਼ਚਾ ਸਾਡੇ ਅੰਦਰ ਬਣਾ ਦੇ ਵੀ ਤੇਰਾ ਨਾਮ ਜਿਹੜਾ ਸਦਾ ਰਹਿਣ ਵਾਲਾ ਹੈ, ਨਾਮ ਦਾ ਧਨ ਜਿਹੜਾ ਸਦਾ ਰਹਿਣ ਵਾਲਾ ਹੈ, ਤੇ ਸੰਸਾਰਕ ਧਨ ਕੂੜਾ ਹੈ। ਸੱਚ ਸੇ ਮਹਿ ਸੱਚ ਵਣੰਜ ਲਹੇ, ਗੁਣ ਕਥਹੇ ਨਿਰਾਰੇ। ਮਹਾਰਾਜ ਕਹਿੰਦੇ ਜਿਹੜੇ ਸੇਵਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਨਾਮ ਦੇ ਸੱਚੇ ਸੌਦੇ ਦਾ ਲਾਹਾ ਪ੍ਰਾਪਤ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦੇ ਨੇ, ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਕੇ ਆਪਣੇ ਸ਼ਬਦ ਦੇ ਨਾਲ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦੇ ਨੇ। ਉਹ ਸੇਵਾ ਕਰਕੇ, ਸਿਮਰਨ ਕਰਕੇ ਸੇਵਕ ਬਣ ਜਾਂਦੇ ਹਨ ਜੀ। ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਇੰਨੇ ਬੇਅੰਤ ਹੋ, ਤੁਹਾਡੀ ਵਡਿਆਈ ਨੂੰ, ਤੁਹਾਡੀ ਮਹਿਮਾ ਨੂੰ ਲਖਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਤੁਸੀਂ ਗੁਰੂ ਦੇ ਸ਼ਬਦ ਨਾਲ ਆਪਣੇ ਸੇਵਕ ਨੂੰ ਇਹ ਸਮਝ ਬਖਸ਼ਦੇ ਹੋ, ਉਹ ਤੁਹਾਡੇ ਦਰ ਦੀ ਸੋਝੀ ਪ੍ਰਾਪਤ ਕਰਕੇ ਤੁਹਾਡੇ ਨਾਮ ਦੀ ਵਡਿਆਈ ਦੇ ਵਿੱਚ ਜੁੜ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਇਸ ਪਾਵਨ ਸ਼ਬਦ ਵਿੱਚ, ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾਮ ਦੀ ਵਡਿਆਈ ਕੀਤੀ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਵਾਲੇ ਪਿਆਰਿਆਂ ਦੇ ਮਾਨ ਸਨਮਾਨ ਦੀ ਬਾਤ ਪਾਈ। ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਜਿਹੜੇ ਨੇ, ਮਹਾਰਾਜ ਜੀ ਨੇ ਆਖਿਆ ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਅਸੀਂ ਨਾਮ ਦੇ ਵਣਜਾਰੇ ਹਾਂ, ਨਾਮ ਦੀ ਕਮਾਈ ਕਰਨ ਵਾਸਤੇ ਆਏ ਹਾਂ ਜੀ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਗੁਰੂ ਦਾ ਇਹ ਪਾਵਨ ਸ਼ਬਦ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਵੇ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ। ਮੇਰੇ ਦਾਤਾ ਜੀ ਰਹਿਮਤ ਕਰਨ, ਸਾਰੀ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਤਨ ਕਰਕੇ, ਮਨ ਕਰਕੇ ਹਾਜ਼ਰੀ ਭਰੀ। PTC ਸਿਮਰਨ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜੀ ਸੰਗਤ ਨੇ ਸਰਵਣ ਕੀਤਾ, ਸਭ ਦਾ ਧੰਨਵਾਦ ਹੈ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਭੁੱਲਾਂ ਚੁੱਕਾਂ ਦੀ ਖਿਮਾ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।